पंडित पूछो कामाया राते पंडित पूछो कामाया राते तीर्थ जाओ तीर्थ जाओ कहाँ करते पंडित पूछो कामाया राते तीर्थ जाओ। श्री गुरु ग्रंथ साहब जी का पन्ना है 385 पेज 385 आसा महला पंजवा गुरु अर्जन देव जी के दर्शन असी उन्होंने शब्द राही कर रहे हाँ और ये शब्द असी तां लिया है कि गुरु अर्जन पातशाह ने सब तो ज़्यादा शब्द श्री गुरु ग्रंथ साहब दे विच गुरु अर्जन देव जी दे ने और देखो हाली असी रहाव की तुक पढ़नी है। पहला शब्द जिद्दां लिखिया अखीर दियां तोड़े दियां तुकां तक असी संगत नाल रल के गावांगे, फिर असी अपनी मत पिछे रख के शब्दां नूं शब्दां नाल खोल के कुछ समझण की कोशिश करांगे भी ये शब्द की कह रहा है। आओ पहले शब्द सारा प्यार नाल सारे शुरू तो लैके अखीर दियां तुकां तक जाइए। तीर्थ जाओ तहाँ पंडित पूछो कामाया राते तीर्थ जाओ कहाँ पंडित पूछो कामाया राते तीर्थ जाओ। सो अस्थान बताओ मीठा सो अस्थान बताओ मीठा जाके हरे कीर्तन मीठा वे जाके हरे हरे कीर्तन मीठा रहाओ
ਸੋ ਅਸਥਾਨ ਵਿਵਤਾਵੋ ਮੀਤਾ ਜਾਂ ਕੈ ਹਰਿ ਹਰਿ ਕੀਰਤਨ ਸ਼ਾਸਤਰ ਵੇਦ ਪਾਪ ਪੁੰਨ ਵਿਚਾਰ ਸ਼ਾਸਤਰ ਵੇਦ ਪਾਪ ਪੁੰਨ ਵਿਚਾਰ ਨਰਕੇ ਸੁਰਗੇ ਫਿਰੇ ਅਵਤਾਰ ਨਰਕੇ ਸੁਰਗੇ ਫਿਰੇ ਫਿਰੇ ਅਵਤਾਰ ਗ੍ਰਸਤ ਮੈਂ ਚਿੰਤ ਉਦਾਸ ਹੰਕਾਰ ਗ੍ਰਸਤ ਮੈਂ ਚਿੰਤ ਉਦਾਸ ਅਹੰਕਾਰ ਕਰਮ ਕਰਤ ਜੀ ਕੋ ਜੰਜਾਰ ਤੇ ਕਰਮ ਕਰਤ ਜੀ ਕੋ ਜੰਜਾਰ ਪ੍ਰਭ ਕਿਰਪਾ ਤੇ ਮਨ ਵਸਿਆ ਪ੍ਰਭ ਕਿਰਪਾ ਤੇ ਮਨ ਵਸਿਆ ਨਾਨਕ ਗੁਰਮੁਖੇ ਤਰੀ ਤਿੰਨੇ ਮਾਇਆ ਨਾਨਕ ਗੁਰਮੁਖੇ ਤਰੀ ਤਿੰਨੇ ਮਾਇਆ ਸਾਧ ਸੰਗੇ ਹਰ ਕੀਰਤਨ ਗਾਈਐ ਸਾਧ ਸੰਗੇ ਹਰ ਕੀਰਤਨ ਗਾਈਐ ਇਹੋ ਅਸਥਾਨ ਗੁਰੂ ਤੇ ਪਾਈਐ ਇਹ ਅਸਥਾਨ ਗੁਰੂ ਤੇ ਪਾਈਐ ਰਹਾਉ ਦੂਜਾ 2 ਨੰਬਰ ਕਿਉਂ ਨਹੀਂ ਲਿਖਿਆ ਦੂਜਾ ਲਫ਼ਜ਼ਾਂ 'ਚ ਲਿਖ ਦਿੱਤਾ ਮਹਾਰਾਜ ਨੇ ਵੀ ਇਹਨੂੰ ਦੂਜਾ ਬਣਾਉਣਾ ਦੂਆ ਰਹਾ ਦੋ ਨਹੀਂ ਕਹਿਣਾ ਰਹਾਓ ਦੋ ਰਹਾਓ ਹੈ ਪਹਿਲਾ ਰਹਾਓ ਵੀ ਹੈ
ਪਰ ਇਸ ਅਖੀਰ ਦੇ ਉੱਤੇ ਪ੍ਰੋਨੰਸੀਏਸ਼ਨ ਦੱਸ ਦਿੱਤਾ ਮਹਾਰਾਜ ਨਾ ਵੀ ਰਹਾਓ ਪਹਿਲਾ ਹੋਏ, ਦੂਜਾ ਹੋਏ, ਤੀਜਾ ਹੋਏ, ਉਹਨੂੰ 1 2 3 4 ਨਹੀਂ ਕਹਿਣਾ। ਬੜੀ ਡੂੰਘੀ ਚੀਜ਼ ਹੈ। ਅਸੀਂ ਬੜੀ ਬਾਣੀ ਗਲਤ ਪੜ੍ਹ ਜਾਂਦੇ ਹਾਂ ਔਰ ਸਾਡੀਆਂ ਜ਼ੁਬਾਨਾਂ ਵੀ ਮਤਲਬ ਮਹਾਰਾਜ ਨੇ ਗਾਈਡਲਾਈਨ ਦਿੱਤੀ ਆ ਰਹਾਓ ਅਤੇ ਦੂਜਾ ਦੱਦੇ ਨੂੰ ਉਹ ਜੱਜਾ ਕਰਨਾ ਲਫ਼ਜ਼ਾਂ 'ਚ ਲਿਖਤਾ ਵੀ ਪਹਿਲਾ ਨਹੀਂ ਰਹਾਓ, ਪਹਿਲਾ ਉਹ ਪਹਿਲਾ ਹੈ, ਉਹਨੂੰ ਰਹਾਓ 1 ਨਹੀਂ ਕਹਿਣਾ, 2 3 4 ਰਹਾਓ ਵੀ ਕਈ ਵਾਰੀ ਹੋਣਗੇ। ਰਹਾਓ ਦੇ ਨਾਲ ਪੂਰਾ ਲਫ਼ਜ਼ ਲਾਉਣਾ ਜੋ ਮਹਾਰਾਜ ਨੇ ਆਖਿਆ। ਇੱਕ ਤੇ ਆ ਅਸੀਂ ਗਾਈਡੈਂਸ ਹੱਥਾਂ 'ਚ ਸ਼ਬਦ ਹੈ ਰਹਾਓ। ਦੂਜਾ ਕਹਿੰਦਾ ਹੈ ਭਈ ਮੈਨੂੰ ਕੋਈ ਚੀਜ਼ ਐਸੀ ਮਿਲੀ ਜਿਹਦੇ ਨਾਲ ਇਹ ਸਥਾਨ ਮੈਨੂੰ ਲੱਭ ਪਿਆ। ਇਸ ਕਰਕੇ ਇਹ ਸ਼ਬਦ ਦੇ ਅਖੀਰ ਦੇ ਉੱਤੇ ਤੁਸੀਂ ਦੇਖੋ 2 ਡੰਡੀਆਂ 7 ਅਤੇ 2 ਡੰਡੀਆਂ 58ਵਾਂ ਐਡੀਟਿੰਗ ਹੈ ਗੁਰੂ ਅਰਜਨ ਦੇਵ ਜੀ ਦੀ। 7 ਬੰਦਾਂ ਦਾ 7ਵਾਂ ਸ਼ਬਦ ਹੈ ਔਰ 7 ਬੰਦਾਂ ਦਾ ਔਰ ਲੇਕਿਨ 4 ਬੰਦਾਂ ਦਾ ਸ਼ਬਦ ਹੈ। ਅਖੀਰ ਦੇ ਉੱਤੇ ਰਹਾਓ ਦੂਜੇ ਦੀਆਂ ਲਾਈਨਾਂ ਹੈ। 7ਵਾਂ ਸ਼ਬਦ ਆ ਔਰ 58ਵਾਂ ਸ਼ਬਦ ਇਸੇ ਚਾਲ ਦਾ ਹੈ। ਇਸ ਕਰਕੇ ਅਸੀਂ ਸ਼ਬਦ ਸ਼ੁਰੂ ਤੋਂ ਲੈਂਦੇ ਹਾਂ ਵੀ ਇਹ ਸ਼ਬਦ ਨੂੰ ਕੀ ਪ੍ਰੋਬਲਮ ਹੈ, ਇਹ 'ਚ ਕੋਈ ਸਵਾਲ ਉੱਠ ਰਿਹਾ ਹੈ। ਪਹਿਲਾ ਰਹਾਓ ਸਵਾਲ ਹੈ ਸੋ ਬਤਾਵੋ ਮੀਤਾ ਤੇ ਜਾਂ ਕੈ ਹਰੇ ਹਰੇ ਕੀਰਤਨ ਨੀਤਾ ਤੇ ਸੋ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਵੀ ਮੈਨੂੰ ਉਹ ਥਾਨ ਦੱਸੋ, ਮੈਂ ਕਿੱਧਰ ਨੂੰ ਜਾਵਾਂ। ਉਹ ਥਾਨ ਮੈਨੂੰ ਐਸਾ ਲਵਾਓ ਜਿੱਥੇ ਸਦਾ ਹੀ ਹਰ ਹਰ ਕੀਰਤਨ ਹੋ ਰਿਹਾ ਹੈ। 2 ਵਾਰੀ ਪਰਮੇਸ਼ਰ ਦਾ ਨਾਮ ਆ ਗਿਆ, ਹਰ ਹਰ ਰਿਪੀਟ ਹੋ ਗਿਆ। ਇਸ ਕਰਕੇ ਜਿੱਥੇ ਨਾਮ ਜਪਣ ਵਾਲਾ ਕੀਰਤਨ ਹੋ ਰਿਹਾ ਹੋਏ, ਕੀਰਤਨ ਦੇ ਨੰਨੇ ਨੂੰ ਔਂਕੜ ਹੈ ਥੱਲੇ ਦੇਖੋ, ਜਿੱਥੇ ਔਂਕੜ ਆ ਜੇ ਇਹ ਬਾਹਰਲਾ ਗਾਉਣਾ ਵਜਾਉਣਾ ਜਾਂ ਰਾਗੀਆਂ ਦਾ ਜਿਹੜਾ ਅਸੀਂ ਕੀਰਤਨ ਸਮਝੀ ਬੈਠੇ ਹਾਂ ਨਹੀਂ। ਸਾਡੀ ਸਾਰੀ ਬਾਣੀ 'ਚ ਕੀਰਤਨ ਨੂੰ ਸਦਾ ਹੀ ਔਂਕੜ ਹੋਏਗਾ। ਜਿੱਥੇ ਔਂਕੜ ਆ ਜਾਏ ਉਹ ਹੈ ਅੰਦਰਲਾ ਸੱਚਾ ਅਤੇ ਸ਼ਬਦ ਰੂਪੀ। ਉਹ ਬਿਆਸ ਜੋ ਨਾਮ ਜਪਦਾ ਹੈ ਉਹਦਾ ਕੀਰਤਨ ਸ਼ੁਰੂ ਹੋ ਜਾਂਦਾ, ਅੰਦਰ ਟੁੱਟਦਾ ਹੀ ਨਹੀਂ। ਸਾਨੂੰ ਤਾਂ ਖੋਜ ਮਿਲਦੀ ਹੈ ਵੀ ਗੁਰੂ ਰਾਮਦਾਸ ਸਾਹਿਬ ਮਹੱਲਾ ਚੌਥਾ ਜੋ ਇਹਨਾਂ ਮਹੱਲੇ 5ਵੇਂ ਦਾ ਗੁਰੂ ਸੀ, ਬਾਪ ਬੇਟੇ ਨਹੀਂ ਕਹਿਣਾ ਚਾਹੀਦਾ। ਸਾਡੇ ਉਹ ਗੁਰੂ ਰਾਮਦਾਸ ਸਾਹਿਬ ਇਹਨਾਂ ਦੇ ਗੁਰੂ ਸੀ ਮਹੱਲੇ 5ਵੇਂ ਦੇ। ਇਸ ਕਰਕੇ ਮਹੱਲੇ 5ਵੇਂ ਨਾਲ ਮਹੱਲੇ ਚੌਥੇ ਦੀ ਇਹ ਪੋਥੀ ਪੜ੍ਹੀ ਹੋਣੀ ਹੈ। ਉਹਨਾਂ ਨੇ ਕਿਹਾ ਵੀ ਕੀਰਤਨ ਕਿਹੜਾ ਹੈ। ਗੁਰੂ ਰਾਮਦਾਸ ਸਾਹਿਬ ਕਹਿੰਦੇ ਮੈਨੂੰ ਤਾਂ ਸਦਾ ਹੀ ਕੰਨਾਂ 'ਚੋਂ ਸੁਣਦਾ ਰਹਿੰਦਾ, ਨੇਤੀ ਔਰ ਸਦਾ ਟੁੱਟਦਾ ਹੀ ਨਹੀਂ ਉਹ ਆਨੰਦ ਸ਼ਬਦ ਦਾ ਕੀਰਤਨ। ਇਸ ਕਰਕੇ ਉਹ ਕਹਿੰਦੇ ਸੀ ਮੈਨੂੰ ਮੇਰੇ ਹਮਰੇ ਸਰਵਣ ਸੁਣੇ ਨਿਤ ਕੀਰਤਨ। ਉਹ ਕਿਹੜਾ ਕੀਰਤਨ ਹੈ? ਤੁਸੀਂ ਥੋੜ੍ਹਾ ਜਿਹਾ ਸੁਣ ਲਓਗੇ ਸਾਰਾ ਉਹ ਕੀਰਤਨ ਅੰਦਰਲਾ ਹੈ। ਇਸੇ ਕਰਕੇ ਅਸੀਂ ਇਹ ਸ਼ਬਦ ਲਿਆ ਹੈ ਕਿ ਭੋਲੇ ਪਾ ਸਾਰੀ ਸਿੱਖੀ ਇਸ ਕੀਰਤਨ ਨੂੰ ਸਮਝ ਕੇ ਕਰੀ ਜਾਂਦੀ। ਲੇਕਿਨ ਗੁਰੂ ਰਾਮਦਾਸ ਸਾਹਿਬ ਦਾ ਵੀ ਗਾਂ ਜਿਹੜਾ ਗੁਰੂ ਸੀ ਗੁਰੂ ਅਮਰਦਾਸ ਸਾਹਿਬ, ਉਹ ਲਿਖਦਾ ਕਲਯੁਗ ਮੇਂ ਕੀਰਤਨ ਪ੍ਰਧਾਨਾ। ਨਾਲ ਹੀ ਅਗਲੀ ਤੁਕ ਦਿੰਦਾ ਗੁਰਮੁਖੇ ਜਪੀਏ ਲਾਏ ਧਿਆਨਾ। ਜਪਣਾ ਹੀ ਕੀਰਤਨ ਹੈ ਨਾਮ ਨੂੰ। ਉਹ ਆਪੇ ਅੰਦਰ ਅਖੰਡ ਕੀਰਤਨ ਤੇ ਭੋਜਨ ਚੂਰਾ ਕਉ ਨਾਨਕ ਜੇ ਸਤਿਗੁਰ ਪੂਰਾ, ਅੰਦਰ ਉਹ ਸ਼ੁਰੂ ਹੋ ਜਾਂਦਾ ਹੈ। ਔਰ ਉਹ ਨਾਮ ਦਾ ਜਿੰਨੀ ਕਿ ਨਾਮ ਦੀ ਕਮਾਈ ਹੋਏ, ਜਿਹੜਾ ਸ਼ਬਦ ਕੋਈ ਜਪਦਾ ਹੈ ਉਹਦਾ ਕੀਰਤਨ ਸ਼ੁਰੂ ਹੋ ਜਾਂਦਾ। ਹਰ ਵੇਲੇ ਆਲੇ ਦੁਆਲੇ ਸਭ ਵਾਯੂ ਮੰਡਲ ਸ਼ਬਦ ਹੀ ਸ਼ਬਦ ਭਰ ਜਾਂਦਾ ਉਹਦਾ ਕੀਰਤਨ।
ਜਿਹੜਾ ਕਿ ਐਡਾ ਮਿੱਠਾ ਹੈ, ਅਸੀਂ ਦੱਸੀ ਆ ਰਹੇ ਹਾਂ। ਤੋ ਇਹ ਅੰਦਰਲਾ ਕੀਰਤਨ ਅੰਦਰ ਸ਼ੁਰੂ ਹੋ ਜਾਂਦਾ ਹੈ, ਔਰ ਇਹ ਅਭਿਆਸੀ ਨੂੰ ਅਭਿਆਸ ਕਰਦੇ ਕਰਦੇ ਉਹਦੀ ਕਿਰਪਾ ਦੇ ਨਾਲ ਇਹੋ ਜਿਹੇ ਥਾਨ 'ਤੇ ਅੰਦਰ ਉਹ ਸਭ ਬਾਕੀ ਇੰਦਰੇ ਬੰਦ ਹੋ ਜਾਂਦੇ। ਉਹਨੂੰ ਸਵਾਇਆ ਹਮਰੇ ਸਰਵਣ ਸੁਣੇ ਨਿਤ ਕੀਰਤਨ। ਇਸ ਕਰਕੇ ਉਹ ਜਿਹੜਾ ਨਿਤ ਕੀਰਤਨ ਹੈ ਉਹ ਉਸ ਥਾਂ ਅੰਦਰ ਅਸਥਾਨ ਦੇ ਨੰਨੇ ਨੂੰ ਔਂਕੜ ਹੈ। ਸੋ ਅਸਥਾਨ ਵੀ ਮੈਨੂੰ ਦੱਸੋ ਖਾਸ ਹੈ, ਔਰ ਸਥਾਨ ਵੀ ਅੰਦਰ ਸਭ ਕੁਝ ਸਾਡੇ ਹੋਣਾ। ਇਸ ਕਰਕੇ ਆ ਰਹਾਓ ਪਹਿਲਾ ਲਾਇਆ। ਇਹ ਅਸਥਾਨ ਨੂੰ ਅੰਦਰਲੇ ਨੂੰ ਸਪਿਰਿਚੁਅਲ ਸਟੇਜ ਹੈ। ਜਪਦਾ ਐਸੀ ਜਗ੍ਹਾ ਪਹੁੰਚ ਜਾਂਦਾ ਅੰਦਰ ਜਿੱਥੇ ਉਹ ਥਾਨ ਮਿਲ ਜਾਂਦਾ। ਉਸ ਲਈ ਇਹ ਸਾਰਾ ਰਹਾਉ ਲਾਇਆ। ਸ਼ਬਦ ਇੱਥੇ ਸ਼ੁਰੂ ਹੁੰਦਾ। ਮੈਂ ਕੀ ਕਰਾਂ? ਆਹ ਕਹਿੰਦਾ ਮੈਂ ਤੀਰਥਾਂ 'ਤੇ ਜਾਵਾਂ, ਉੱਥੇ ਤੇ ਪਏ ਹਾਂ ਕਰਦੇ ਸਾਰੇ। ਤੀਰਥ ਜਾਓ ਤਾਂ ਹਾਂ ਕਰਤੇ। ਕਿਸੇ ਸਿਆਣਿਆਂ ਬੰਦਿਆਂ ਨੂੰ ਮੈਂ ਪੁੱਛਾਂ, ਪੰਡਤਾਂ ਨੂੰ, ਪੰਡਤ ਪੁੱਛੂੰ ਤਾਂ ਮਾਇਆ ਰਾਤੇ। ਵੱਡੇ ਤੋਂ ਵੱਡਾ ਸਾਡਾ ਕਥਾਕਾਰ ਜਿਹੜਾ ਸਿੱਖੀ 'ਚ ਸਾਰਾ ਪੰਡਤ ਬਣਿਆ ਜਾਂ ਕਥਾ ਕਰਦਾ, ਉਹ ਬਗੈਰ ਮਾਇਆ ਚੜਾਵੇ ਤੂੰ ਉਹ ਕੀਰਤਨ ਨਹੀਂ ਕਰਦਾ। ਮਾਇਆ 'ਚ ਰੁੱਝੇ ਪਏ ਆ, ਉਸੇ ਲੋਰ 'ਚ ਸਾਰੀ ਕਥਾ ਕਰਦੇ। ਸਾਰੀ ਉਮਰ ਇੰਨੇ ਪੈਸੇ ਆਉਂਦੇ, ਇੰਨੇ ਮੇਜ਼ ਚੜ੍ਹਦੇ, ਸਾਰੇ ਤੁਕ ਦੇਖਣੀ ਹੈ। ਉਹ ਸਾਰੇ ਮਾਇਆ 'ਚ ਫਸੇ ਹੈ। ਹਾਂ ਤੀਰਥਾਂ 'ਤੇ ਜਾਓ ਹਾਂ ਕਰਦੇ। ਕਿਤੇ ਕੋਈ ਮਹਾਰਾਜ ਕਹਿੰਦੇ ਮੈਂ ਕਿੱਧਰ ਨੂੰ ਚਲੇ ਜਾਵਾਂ? ਨੇਤੀ ਦੇ ਕੀਰਤਨ ਗੀਤਾ ਉਹ ਤੇਰੇ ਅੰਦਰ ਹੈ। ਜਦੋਂ ਤੂੰ ਬਾਪ ਨਾਮ ਜਪਿਆ ਰਿਪੀਟ ਕਰ ਕਰਕੇ ਤੇਰੇ ਅੰਦਰ ਸ਼ੁਰੂ ਹੋ ਜਾਣਾ। ਬਾਹਰ ਤੈਨੂੰ ਜਾਣ ਦੀ ਲੋੜ ਨਹੀਂ ਹੈ। ਤੇਰੇ ਅੰਦਰ ਹੀ ਇਹ ਕੀਰਤਨ ਹੈ, ਅੰਦਰ ਹੀ ਸ਼ੁਰੂ ਹੋ ਜਾਣਾ। ਸੋ ਬਤਾਵ ਮੀਤਾ ਤੇ ਜਾ ਕੇ ਕੀਰਤਨ ਗੀਤਾ। ਔਰ ਹੋਰ ਗੱਲ ਹੈ, ਅਸਥਾਨ ਕਿਹੜਾ ਹੈ? ਰੋਜ਼ ਛੱਕਾ ਪੜ੍ਹਦੇ ਹੋ। ਜਿੱਥੇ ਜਾਏ ਬਹਿ ਮੇਰਾ ਸੱਚੇ ਗੁਰੂ, ਮੇਰਾ ਸੱਚੇ ਗੁਰੂ ਸੁਹਾਵਾ ਜਾਏ ਬਹਿ ਮੇਰਾ ਸੱਚੇ ਗੁਰੂ, ਮੇਰਾ ਸੱਚੇ ਗੁਰੂ ਸੁਹਾਵਾ ਗੁਰ ਸਿੱਖੀ ਸੋ ਥਾਨ ਪਾਲਿਆ, ਥਾਨ ਪਾਲਿਆ। ਲੈ ਤੂਰੇ ਮੁਖ ਲਾਵਾ। ਟੋਕਾਂ ਦੇਈ ਜਾਂਦੇ ਅਸੀਂ ਖੋਜੀਆਂ ਲਈ। ਧੂੜ ਮੱਥੇ ਨੂੰ ਲਾਈ ਦੀ ਹੈ, ਇੱਥੇ ਹੈ ਧੂੜ ਮੁਖੇ ਲਾ। ਜਿੱਥੇ ਜਾਏ ਬਹਿ ਮੇਰਾ ਸੱਚੇ ਗੁਰੂ, ਮੇਰਾ ਸੱਚੇ ਗੁਰੂ ਸੁਹਾਵਾ ਰਾਮ ਗੁਰ ਸਿੱਖੀ ਸੋ ਥਾਨ ਪਾਲਿਆ, ਥਾਨ ਪਾਲਿਆ।
ਥਾਏ ਪਈ ਤਿਨ ਹਰ ਨਾਮ ਧਿਆਵਾ। ਉਹ ਸਤਿਗੁਰੂ ਦਾ ਬਹਿਣਾ ਕੀ ਹੈ? ਬੜੇ ਧਿਆਨ ਨਾਲ ਛੱਕਾ ਦੇਖਣਾ ਹੈ। ਜਿੱਥੇ ਜਾ ਕੇ ਮੇਰਾ ਮਨ ਬਹਿ ਜਾਂਦਾ ਅੰਦਰ, ਭਗਤੀ ਕਰਦੇ ਕਰਦੇ ਮਨ ਅਡੋਲ ਹੋ ਜਾਂਦਾ ਹੈ, ਉਹ ਹੈ ਮਨ ਦਾ ਬਹਿਣਾ। ਉੱਥੇ ਮੇਰਾ ਸਤਿਗੁਰੂ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ ਅੰਦਰ। ਜਿੱਥੇ ਜਾਏ ਬਹੇ ਮਨ ਮੇਰਾ, ਜਿੱਥੇ ਜਾਏ ਬਹੇ ਉੱਥੇ ਮੇਰਾ ਸਤਿਗੁਰੂ ਪ੍ਰਗਟ ਹੋਣਾ ਹੈ। ਕਿਉਂਕਿ ਸਤਿਗੁਰੂ ਨਾਲ ਅੰਦਰ ਆਉਣਾ, ਬਾਹਰ ਉਹਨੇ ਜਾਣਾ ਹੀ ਨਹੀਂ। ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ, ਉਹ ਥਾਨ ਅੰਦਰ ਦਾ ਹੈ। ਤਦੇ ਇੱਥੇ ਵੀ ਅਸਥਾਨ ਦੇ ਨੰਨੇ ਨੂੰ ਔਂਕੜ ਹੈ। ਸੋ ਅਸਥਾਨ ਬਤਾਵੋ ਮੀਤਾ, ਉਹ ਅੰਦਰ ਹੈ ਸਥਾਨ। ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਗੁਰਸਿੱਖੀ ਭਾਲਿਆ। ਕਿੱਦਾਂ ਭਾਲਿਆ? ਅਗਲੀ ਲਾਈਨ ਹੈ, ਗੁਰਸਿੱਖਾਂ ਕੀ ਘਾਲ ਥਾਏ ਪਈ ਜਿਨ ਹਰ। ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਗੁਰਸਿੱਖੀ। ਸਪੈਸੀਫਾਈ ਕੀਤਾ ਅੰਦਰਲਾ ਥਾਨ, ਸੋ ਥਾਨ ਭਾਲਿਆ। ਉਹਦੀ ਫਿਰ ਜਿਹੜੀ ਧੂੜ ਹੈ ਉਹ ਮਸਤਕ ਨਾਲ ਨਹੀਂ ਲਾਉਂਦੇ। ਮੁੱਖੇ ਇਲਾਵਾ ਮੂੰਹ 'ਚ ਕਲਾ ਵਰਤਦੀ। ਪਹਿਲਾ ਨਾਮ ਜਿਹੜਾ ਜਪਦਾ ਉਦੋਂ ਮਿੱਠਾ ਲੱਗਣਾ ਪੈਂਦਾ। ਪਹਿਲੀ ਕਲਾ ਜਿਹੜੀ ਵਰਤਦੀ ਆ, ਕੰਨਾਂ 'ਚੋਂ ਸੁਣਨਾ ਸ਼ੁਰੂ ਹੋ ਜਾਂਦਾ ਤੇ ਮੂੰਹ 'ਚ ਹਰ ਪਹਿਲੀ ਲਾਮ ਹਰ ਹਰ ਮੀਠਾ ਰਾਇਆ ਬਲਰਾਮ ਜੀ। ਉਹ ਕਲਾ ਵਰਤਦੀ ਅੰਦਰ, ਉਹ ਥਾਨ। ਇਸ ਕਰਕੇ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂੜ ਮੱਥੇ ਨਹੀਂ ਲਾਈ। ਜਿਹੜੀਆਂ ਕਿਤਾਬਾਂ 'ਚ ਲਿਖਿਆ ਜੀ ਜਾ ਕੇ ਮੱਥੇ ਦੀ ਧੂੜ ਲਾਓ, ਸਾਰਾ ਗਲਤ ਗੱਲ ਹੈ। ਉਦੋਂ ਤੇ ਗੁਰਦੁਆਰੇ ਹੈ ਹੀ ਨਹੀਂ ਸੀ ਕੋਈ ਵੀ। ਗੁਰੂ ਨਾਨਕ ਨੇ ਕੋਈ ਗੁਰਦੁਆਰਾ ਨਹੀਂ ਬਣਾਇਆ। ਗੁਰੂ ਕਾਲ ਵੇਲੇ ਕੋਈ ਸੰਗਤਾਂ ਹੁੰਦੀਆਂ ਸੀ। ਇਸ ਕਰਕੇ ਸੋ ਥਾਨ ਸੁਹਾਵਾ ਰਾਮ ਰਾਜੇ ਗੁਰਸਿੱਖੀ। ਸੋ ਥਾਨ ਭਾਲਿਆ ਲੈ ਧੂੜ ਮੁਖ ਲਾਵਾ ਰਾਮ। ਧੂੜ ਮੁਖ ਲਾ ਗੁਰਸਿੱਖਾਂ ਕੀ ਘਾਲ ਥਾਏ ਪਈ ਜਿਨ ਹਰ ਨਾਮ ਤੇ, ਜਿਨ ਹਰ ਨਾਮ ਧਿਆਵਾ। ਗੁਰਸਿੱਖਾਂ ਕੀ ਘਾਲ ਥਾਏ ਪਈ ਜਿਨ ਹਰ ਨਾਮ ਧਿਆਵਾ। ਅਗਲੀ ਤੁਕ ਹੈ, ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਇਹ ਵੀ ਤਾਂ ਬੜੇ ਧਿਆਨ ਨਾਲ ਦੇਖਣੀ। ਜਿਨ ਨਾਨਕ ਸਤਿਗੁਰ ਨਹੀਂ ਹੈ, ਨਾਨਕ ਛਾਪ ਹੈ, ਉਹ ਤੇ ਅੰਗੂਠਾ ਰੱਖ ਲਓ। ਜਿਨ ਸਤਿਗੁਰ ਪੂਜਿਆ ਉਹਨੇ ਰੱਬ ਦੀ ਵੀ ਪੂਜਾ ਕਰ ਲਈ। ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਹਰ ਪੂਜ ਕਾ ਉਹਨੇ ਰੱਬ ਦੀ ਵੀ ਸੇਵਾ ਕਰ ਲਈ। ਐਡੀ ਵੱਡੀ ਉਹ ਪਾਵਰ ਹੈ। ਸਤਿਗੁਰੂ ਜਿਹੜਾ ਜੋੜਨਹਾਰਾ ਲਿੰਕ ਹੈ ਉਹ ਅੰਦਰ ਆਉਂਦਾ। ਉਹਦੇ ਲਈ ਲਿਖਿਆ, ਹੁਣ ਧਿਆਨ ਨਾਲ ਛੱਕਾ ਪੜਿਓ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ। ਇਨਸਾਨ ਦਾ ਦੂਸਰਾ, ਸਾਰੀ ਦੁਨੀਆ ਦਾ ਹੋਰ ਸਤਿਗੁਰ ਹੈ। ਬਾਣੀ ਜਿਹੜਾ ਮੇਰਾ ਆਪਣਾ ਸਾਰਾ ਸਤਿਗੁਰ ਆ, ਉਹਦੀ ਦੇਹ ਨਹੀਂ ਹੈ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਮੇਰਾ ਸਤਿਗੁਰੂ ਗੁਰਸਿੱਖੀ ਸੋ ਥਾਨ ਭਾਲਿਆ। ਥਾਨ ਭਾਲਿਆ ਲੈ ਧੂੜ ਮੁਖੇ ਲਾਵਾ। ਗੁਰਸਿੱਖਾਂ ਕੀ ਘਾਲ ਥਾਏ ਪਈ। ਬਾਕੀ ਜਾਏ ਬਹਿ ਮੇਰਾ ਸਤਿਗੁਰੂ। ਜੇ ਸਤਿਗੁਰੂ ਨੂੰ ਨਾ ਸਮਝਾਂਗੇ ਕੱਖ ਨਹੀਂ ਸਮਝ ਆਉਣਾ ਬਾਣੀ 'ਚ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂੜ ਮੁਖੇ ਲਾਵਾ। ਗੁਰਸਿੱਖਾਂ ਕੀ ਘਾਲ ਥਾਏ ਪਈ। ਘਾਲ ਥਾਏ ਪਈ ਜਿਨ ਹਰ ਨਾਮ ਧਿਆਵਾ। ਜਿਨ ਨਾਨਕ ਨਾਨਕ ਸਤਿਗੁਰ ਨਹੀਂ ਹੈ। ਨਾਨਕ ਛਾਪ ਹੈ, ਛਾਪ ਨਾਨਕ ਦੀ ਬਾਣੀ ਹੈ। ਜਿਨ ਸਤਿਗੁਰ ਪੂਜਿਆ, ਜਿਨ ਨਾਨਕ ਸਤਿਗੁਰ ਪੂਜਿਆ
ਖੱਤੇ ਗੁਰ ਪੂਜਿਆ ਤਿਨ ਹਾਰ ਪੂਜ ਕਰਾਵਾ। ਰੱਬ ਦੀ ਵੀ ਪੂਜਾ ਕਰ ਲਈ ਜਿਨ੍ਹਾਂ ਨੇ ਸਤਿਗੁਰੂ ਵੇਲਿਆ, ਔਰ ਉਹ ਥਾਨ ਅੰਦਰ ਹੈ। ਸੋ ਪਹਿਲਾ ਰਹਾਓ ਆ ਸਵਾਲ ਜਵਾਬ ਆ ਪ੍ਰੋਬਲਮ ਹੈ ਸ਼ਬਦ ਨੂੰ ਗੁਰੂ ਅਰਜਨ ਪਾਤਸ਼ਾਹ ਲਿਖ ਰਹੇ। ਸੋ ਇਹ ਬਤਾਵੋ ਮੀਤਾ ਇਹ ਜਾਂ ਕੈ ਹਰ ਹਰ ਕੀਰਤਨ ਨਾਮ ਦਾ ਤੋਰਾ ਤੁਰ ਪੈਂਦਾ ਅੰਦਰ। ਉਹ ਆਨੰਦ ਸ਼ਬਦ ਦਾ ਰਹਾਉ ਪਹਿਲਾ ਲਾਇਆ। ਕਹਿੰਦਾ ਮੈਂ ਤੀਰਥਾਂ ਤੇ ਜਾਵਾਂ, ਤੀਰਥੇ ਜਾਓ ਤੀਰਥਾਂ ਤਤ ਨਿਰੰਜਨ ਜੋਤਿ ਸਬਾਈ ਸੋਹੰਗ ਭੇਦ ਨਾ ਕੋਈ ਜਿਉ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜਿਉ। ਇਸ ਕਰਕੇ ਉਹ ਹੈ ਗੁਰ ਸਮਾਨ ਨਹੀਂ ਕੋਈ, ਗੁਰ ਸਮਾਨ ਤੀਰਥ ਨਹੀਂ ਕੋਈ। ਬਾਹਰਲੇ ਤੀਰਥ ਨਾਲ ਰਿਜੈਕਟ ਕਰ ਰਿਹਾ ਇੱਥੇ ਮਾਰ ਜਾ। ਤੀਰਥੇ ਜਾਓ ਤਾਹਾਂ ਉਥੇ ਹਾਂ ਹੋ ਰਹੀ ਹੈ ਸਾਰੀ। ਹਿੰਦੂਆਂ ਦੇ ਤੀਰਥਾਂ ਦਾ ਹਾਲ ਸੀ, ਐਡੀ ਕਰਪਸ਼ਨ ਹੋ ਗਈ ਸੀ, ਤਾਂ ਗੁਰੂਆਂ ਦੇ ਸ਼ਬਦ ਆਏ ਤੀਰਥੇ ਜਾਓ। ਦੇਖੋ ਮਹਾਰਾਜ ਕੀ ਕਹਿੰਦੇ, ਤੀਰਥੇ ਨਾਵਣ ਜਾਓ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ ਔਰ ਛੋਟਾ ਨਹੀਂ। ਪਹਿਲਾ ਪੈਗੰਬਰ ਸਾਡਾ ਆਵਲੀਆ ਕਹਿ ਰਿਹਾ ਬਾਬਾ ਨਾਨਕ ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਆਂਤਰੇ ਗਿਆਨ ਹੈ। ਸ਼ਬਦ ਨੂੰ ਜਿਹਨੇ ਵਿਚਾਰਿਆ ਨਹੀਂ ਅਟਕਲ ਪਚੋ ਜੇ ਤੁਰਿਆ ਫਿਰੂ। ਤੀਰਥ ਸ਼ਬਦ ਵਿਚਾਰ ਆਂਤਰੇ ਗਿਆਨ ਹੈ। ਸਭ ਤੀਰਥਾਂ ਦੀ ਹਾਲਤ ਹੈ। ਅਬ हिंदुओं के तीर्थों की हालत सी। अरे 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 पंडित जी ये क्या हर की पौड़ी के ऊपर तुम जब धोती में लुको कर ले जा रहे हो? वो कहते बाबा कुछ नहीं है और धोती ठां करे। ओ सारे बाजार च लंघना सारा तो हर की पौड़ियाँ चढ़ी मेरी अखां डिठियां हालत हर दो हर दियाँ। वो पंडित कहने लगे, दूसरे लोग कहने अरे पंडित जी या तो मछली छोटी पकड़ा करो तो या धोती बड़ी डाला करो। तो इसका तीर्थ जाओ एह तीर्थ जाओ तहाँ मैं ਅੰਮ੍ਰਿਤਸਰ ਲੱਗਾ ਰਿਹਾ ਇੰਜੀਨੀਅਰ। ਮੈਡੀਕਲ ਕਾਲਜ ਦੇ ਲੜਕਿਆਂ ਦਾ ਹੁਣ ਡਾਕਟਰ ਬਣੇ। ਮੈਨੂੰ ਅਮਰੀਕਾ ਆਣ ਕੇ ਉਹਨਾਂ ਨੇ ਗੱਲ ਦੱਸੀ, ਕਹਿੰਦਾ ਭਾਈ ਸਾਹਿਬ ਅਸੀਂ
ਕਾਲਜ ਮੈਡੀਕਲ ਕਾਲਜ ਅੰਮ੍ਰਿਤਸਰ 'ਚ ਪੜ੍ਹਦੇ ਸੀ। ਸਾਨੂੰ ਸ਼ੌਕ, ਕਿਉਂਕਿ ਹਮੇਸ਼ਾ ਹੀ ਮੈਡੀਕਲ ਕਾਲਜਾਂ 'ਚ ਗੁਰਪੁਰਬ ਬਾਅਦ 'ਚ ਮਨਾਉਂਦੇ। ਉਹ ਸਾਰਾ ਮਨਾ ਚੁੱਕੇ, ਉਹਨਾਂ ਨਾਲ ਵੀ ਮਨਾਉਣਾ ਸੀ ਗੁਰਪੁਰਬ ਗੁਰੂ ਨਾਨਕ ਦੇਵ ਜੀ ਦੇ। ਕਹਿੰਦੇ ਅਸੀਂ ਭਾਂਡੇ ਲੈਣ ਗਏ ਵੀ ਚਲੋ ਅੰਮ੍ਰਿਤਸਰੋਂ ਭਾਂਡੇ ਲਿਆਉਂਦੇ ਗੁਰਦੁਆਰੇ ਗੁਰਪੁਰਬ ਮਨਾਉਣਾ। ਉਹ ਜਦੋਂ ਭਾਂਡੇ ਲੈਣ ਗਏ ਅਤੇ ਨਾਲ ਡਾਕਟਰ ਹੋਰ ਵੀ, ਉਹ ਸੀਨੀਅਰ ਡਾਕਟਰ ਸੀ ਸਾਡਾ ਬੰਦਾ। ਹੁਣ ਕਹਿੰਦਾ ਮੈਂ ਉਹਨਾਂ ਨੂੰ ਹੱਥ ਦੇ ਕੇ ਡੱਕ ਲਿਓ ਜਿੱਥੇ ਲੰਗਰ ਤਿਆਰ ਹੁੰਦਾ ਅੰਦਰ। ਉਹ ਕਹਿੰਦੇ ਖੜੇ ਹੋ ਜਾਓ, ਖੜੇ ਹੋ ਜਾਓ। ਕਹਿੰਦੇ ਕੀ? ਕਹਿੰਦੇ ਹੋਈ ਉਹ ਸੰਤਰੇ ਦੀ ਬੋਤਲ ਖੋਲੀ ਆ ਉਸ ਥੜੇ ਦੇ ਉੱਤੇ ਜਿੱਥੇ ਲੰਗਰ ਬਣਾ ਰਹੇ। ਤੇ ਉਹ ਅੰਦਰੋਂ ਆਵਾਜ਼ ਆਈ, ਐਡੇ ਬੇਸ਼ਰਮ, ਹੱਡ ਬੀਤੀਆਂ ਹੈ। ਉਹ ਕਹਿੰਦੇ ਡਾਕਟਰ ਸਾਹਿਬ ਇਹ ਤੁਸੀਂ ਰੋਕ ਕਿਉਂ ਰਹੇ ਇਹਨਾਂ ਨੂੰ? ਆ ਜਾਓ ਅੰਦਰ, ਆ ਜਾਓ, ਇਹ ਸਾਡਾ ਰੋਜ਼ ਦਾ ਕੰਮ ਹੈ। ਕਹਿੰਦਾ ਤੁਸੀਂ ਸ਼ਰਾਬ ਕਹਿਣ ਦਿਓ, ਅਸੀਂ ਵਿੱਚ ਮੱਛੀ ਭੁੰਨਣ ਡਏ ਉਹ ਅੱਗ ਦੇ ਵਿੱਚ। ਕਹਿੰਦਾ ਮੱਛੀ, ਓਏ ਤੁਹਾਨੂੰ ਐਡੀ ਵੱਡੀ ਮੱਛੀ ਕਿੱਥੋਂ ਆ? ਕਹਿੰਦਾ ਸਰੋਵਰ ਥੋੜਾ ਇਸ ਕੇ ਤੀਰਥ ਜਾਓ ਤਾਹਾਂ ਕਰਤੇ ਪੰਡਤ ਪੂਛੋ ਤਮਾਇਆ। ਇੰਨੀ ਮਾਇਆ ਜਮ੍ਹਾਂ ਕਰ ਲਈ, ਕਥਾ ਸੁਣਾ ਸਾਰੀ ਪੂਜਾ ਦਾ ਤਾਨ ਸਾਰਾ। ਉਹ ਸਾਡੀ ਹੁਣ ਸਿੱਖੀ ਦੀ ਹਾਲਤ ਹੈ। ਇੰਨੀ ਕਥਾ, ਇੰਨੀਆਂ ਕੋਠੀਆਂ ਪਿੱਛੇ ਸਾਰੇ। ਫਿਰ ਜਦੋਂ ਅਖੀਰਲੇ ਸਵਾਸ ਆਉਂਦੇ ਆ, ਉਹ ਫਿਰ ਕਥਾ ਕਰਦੇ ਕਰਦੇ ਹਾਰਟ ਦਾ ਅਟੈਕ ਹੋ ਜਾਂਦਾ, ਰਗ ਲੈ ਜਾਂਦੇ। ਇਹ ਤੀਰਥ ਪੰਡਿਤ ਪੂਛੋ ਤਮਾਇਆ। ਮਾਇਆ ਦੇ ਰੰਗ में नहीं रते गए माया पंडित पूछो तमाया। आया रहो पहला सो ਖਬਰਨਾ ਗੁਰਸਿੱਖਾ ਥਾਨ ਤੇਰੇ ਅੰਦਰ ਹੀ ਹੈ। ਤੂੰ ਬਾਹਰ ਕਿਉਂ ਭਟਕਦਾ ਫਿਰਦਾ? ਤੇਰੇ ਅੰਦਰ ਥਾਨ ਹੈ। ਸੋ ਜਾਨ ਕੈ ਹਰ ਹਰ ਤੇ ਕੀਰਤਨ ਕੀਤਾ ਰਹੋ। ਕਹਿੰਦਾ ਮੈਂ ਸ਼ਾਸਤਰ ਵੇਦ ਫੋਲਾਂ, ਉੱਥੇ ਤੇ ਸਵਾਏ ਪਾਪ ਤੇ ਪੁੰਨ। ਪਾਪ ਕਰੋਗੇ ਤੁਹਾਨੂੰ ਨਰਕ ਮਿਲੇਗਾ, ਪੁੰਨ ਕਰੋਗੇ ਸਵਰਗ ਮਿਲੇਗਾ। ਨਾਮ ਦੀ ਤੇ ਉਹਨਾਂ ਕੋਲ ਗੱਲ ਹੀ ਹੈ ਨਹੀਂ। ਸ਼ਾਸਤਰ ਵੇਦ ਪਾਪ ਪੁੰਨ ਵਿਚਾਰ ਇਹ ਨਰਕੇ ਸੁਰਗੇ ਇਹ ਫਿਰੇ ਅਵਤਾਰ। ਚਲੋ ਗ੍ਰਸਥ ਸਭ ਤੋਂ ਉੱਚਾ ਆਸ਼ਰਮ, ਸਾਰੇ ਗੁਰੂਆਂ ਨੇ ਗ੍ਰਸਥ ਕੀਤਾ, ਲੇਕਿਨ ਉਹਦੇ 'ਚ ਵੀ ਜਿਹੜੀ ਆਹ ਚੀਜ਼ ਹੈ ਉਹ ਵਿਆਪ ਰਹੀ ਹੈ। ਗ੍ਰਸਥ ਮੈਂ ਚਿੰਤ ਉਦਾਸੀ ਬਣ ਜਾਂਦੇ ਆ, ਸਭ ਕੁਝ ਛੱਡ ਦਿੰਦੇ। ਕਹਿੰਦੇ ਉਹ ਤਾਂ ਤੇਰੇ ਅੰਦਰ ਹੰਕਾਰ ਨਹੀਂ ਮੁੱਕਣਾ ਕਿ ਮੈਂ ਸਭ ਕੁਝ ਛੱਡਿਆ। ਗ੍ਰਸਥ ਮੈਂ ਚਿੰਤ ਉਦਾਸ ਹੰਕਾਰ ਕਰਮ ਕਰਤ
ਤੋੜੇ ਦੀਆਂ ਤੁਕਾਂ ਆਈਆਂ, ਇਲਾਜ ਦੱਸਿਆ ਮੈਂ ਸ਼ਬਦ ਨਾ ਵੀ ਆ ਫੜ ਸਿੱਖਾ, ਆਪਣੇ ਮਨ ਨੂੰ ਫੜ। ਪ੍ਰਭ ਕਿਰਪਾ ਤੇ ਮਨ ਵਸਿਆ, ਪ੍ਰਭ ਕਿਰਪਾ ਤੇ ਮਨ ਵਸਿਆ, ਇਹ ਨਾਨਕ ਗੁਰਮੁਖੇ ਤਰੀ ਤਿੰਨੇ ਮਨ ਨੂੰ ਆਪਣੇ ਨੂੰ ਫੜ ਔਰ ਉਹਨੂੰ ਵਸ ਕਰਨਾ ਸਿੱਖ। ਇਸ ਕਰਕੇ ਜਿਹੜਾ ਮਨ ਨੂੰ ਵਸ ਕਰਨਾ ਹੈ, ਪ੍ਰਭ ਕਿਰਪਾ ਤੇ ਤੇਰੀ ਆਪਣੀ ਜ਼ੋਰ ਨਾਲ ਨਹੀਂ ਇਹਨੇ ਵਸ ਹੋਣਾ। ਜਦੋਂ ਉਹਦੀ ਕਿਰਪਾ ਹੋਈ ਮਨ ਵਸੇ ਆਇਆ ਔਰ ਫਿਰ ਤੂੰ ਮਾਇਆ ਤੋਂ ਤਰ ਜਾਣਾ ਹੈ। ਮਾਇਆ ਦੇ ਵਿੱਚ ਹੀ ਰਹਿੰਦੇ ਹੋਏ ਜਿੱਦਾਂ ਐਰੋਪਲੇਨ ਜਹਾਜ਼ ਬਹੁਤ ਉੱਚਾ ਬੱਦਲਾਂ ਤੋਂ ਉੱਚੇ ਉੱਡਦਾ ਔਰ ਬੱਦਲ ਠਾਂ ਰਹਿ ਜਾਂਦੇ, ਐਦਾਂ ਤੂੰ ਆਪਣੀ ਜ਼ਿੰਦਗੀ 'ਚ ਮਾਇਆ ਨੂੰ ਤਰਨਾ ਹੈ, ਛੱਡਣਾ ਨਹੀਂ ਹੈ। ਜਿੱਦਾਂ ਜਹਾਜ਼ ਤਾਂ ਚੜ੍ਹ ਜਾਂਦਾ ਔਰ ਥੱਲੇ ਮਾਇਆ ਰਹਿ ਜਾਂਦੀ, ਬੱਦਲ ਰਹਿ ਜਾਂਦੇ, ਐਦਾਂ ਤੂੰ ਮਾਇਆ ਪ੍ਰਭ ਕਿਰਪਾ ਤੇ ਮਨ ਜਦੋਂ ਵਸ ਆ ਗਿਆ ਤੇ ਨਾਨਕ ਇਹੋ ਹੀ ਗੁਰਮੁਖੇ ਤਰੀਕੇ ਦੇ ਨਾਲ ਤੂੰ ਮਾਇਆ ਨੂੰ ਤਰ ਜਾ। ਤੇ ਫਿਰ ਅਗਲੀ ਹਾਈਲਾਈਟ ਲਾਈਨ ਕੀਤੀ ਹੈ, ਅੰਦਰ ਹੀ ਉਹ ਸਾਧ ਦਾ ਸੰਗ ਹੋ ਜੂ। ਸਤਿਗੁਰੂ ਸਾਧ ਤੇ ਸੰਤ ਇੱਕੋ ਚੀਜ਼ ਹੈ, ਤਿੰਨ ਪਰਸਨੈਲਿਟੀਆਂ ਅਲੱਗ-ਅਲੱਗ ਨਹੀਂ ਆ ਬਾਣੀ 'ਚ। ਜਿੱਥੇ ਸੰਤ ਸਾਧ ਤੇ ਸਤਿਗੁਰੂ ਇਕੱਲਾ ਆ ਜਾਏ, ਉਹ ਐਸਾ ਹੈ, ਉਹ ਇੱਕੋ ਵਿਅਕਤੀ ਹੈ। ਇਸ ਕਰਕੇ ਉਹਦੇ ਸੰਗ ਦੇ ਨਾਲ ਤੈਨੂੰ ਫਿਰ ਕੀਰਤਨ ਗਾਏਗਾ ਤੂੰ, ਉਹ ਕੀਰਤਨ ਵੀ ਨਾਮ ਜਪਣਾ ਹੀ ਹੈ। ਔਰ ਇਹ ਅਸਥਾਨ ਅੱਗੇ ਗੁਰੂ ਦੇ ਵੱਲ ਨਹੀਂ ਜਾਣਾ। ਆਹੋ ਸ਼ਬਦ ਦੇ ਭੇਦ ਨੇ, ਦੇ ਵੱਲ ਨਹੀਂ ਜਾਣਾ, ਗੁਰੂ ਸ਼ਬਦ ਹੈ ਸਾਡਾ। ਸ਼ਬਦ ਗੁਰੂ ਸੁਰਤੇ ਧੁਨੇ ਚੇਲਾ। ਇਸ ਕਰਕੇ ਗੁਰੂ ਅਸੀਂ ਰੋਜ਼ ਰਾਮ ਕਲੀ ਆਨੰਦ ਦਾ ਪਾਠ ਕਰਦੇ, ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਉਹ ਗੁਰੂ ਦੇ ਨਹੀਂ ਹੈ, ਕੁਰਬਾਨ ਕੀਤਾ ਉਹ ਜਿਹੜਾ ਸ਼ਬਦ ਹੈ, ਸ਼ਬਦ ਤੂੰ ਕੁਰਬਾਨ, ਕਿਉਂਕਿ ਅੱਗੇ ਆਏਗਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੇ। ਸਾਡਾ ਸ਼ਬਦ ਹੀ ਸਭ ਕੁਛ, ਨਾਮ ਜਪਣ ਵਾਲਾ ਜਿਹੜਾ ਗੁਰਮੰਤਰ ਹੈ ਉਹ ਹੀ ਸਾਰੇਗਾ। ਇਸ ਕਰਕੇ ਇਹ ਅਸਥਾਨ ਤੋਂ ਗੁਰੂ ਗੁਰੂ ਜਪੇਗਾ, ਉਹਦੀ ਕਮਾਈ ਕਰੇਗਾ, ਫਿਰ ਅੰਦਰਲੇ ਸਾਧ ਦਾ ਸੰਗ ਹੋ ਜੂ ਔਰ ਉੱਥੇ ਫਿਰ ਸਦਾ ਹੀ ਕੀਰਤਨ ਹੋ ਰਿਹਾ ਹੈ। ਪ੍ਰਭ ਕਿਰਪਾ ਤੇ ਮਨ ਵਸਿਆ, ਏ ਨਾਨਕ ਗੁਰਮੁਖੇ ਤਰੀ ਤਿੰਨੇ ਮਾਇਆ, ਏ ਸਾਧ ਸੰਗੇ ਹਰ ਕੀਰਤਨ ਗਾਈਐ, ਏ ਸਾਧ ਸੰਗੇ ਹਰ ਕੀਰਤਨ ਗਾਈਐ, ਕਿ ਇਹ ਅਸਥਾਨ ਗੁਰੂ ਤੇ ਪਾਈਐ। ਵਾਹਿਗੁਰੂ 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 ਪ੍ਰਭ ਕਿਰਪਾ ਤੇ ਮਨ ਵਸਿਆ, ਏ ਨਾਨਕ ਗੁਰਮੁਖੇ ਤਰੀ ਤਿੰਨ ਮਾਇਆ,
ਸਾਡੇ ਸਾਧਾਂ ਦਾ ਸੰਗ ਨਹੀਂ ਹੈ। ਬਾਣੀ 'ਚ ਸਾਫ਼ ਲਿਖਿਆ, ਹਰ ਕੇ ਸੰਤ ਨਾ ਆਖੀਏ ਬਾਨਾਰਸ ਕੇ ਠੱਗ। ਅਸੀਂ ਇੱਜ਼ਤ ਕਰਨੀ ਹੈ ਸਾਰੇ, ਪਰ ਕਿਸੇ ਕੋਈ ਵੀ ਸਿੱਖੀ ਲਾਈਨ 'ਤੇ ਨਹੀਂ, ਕਿਸੇ ਦਾ ਵਿਆਹ ਨਹੀਂ ਹੋਇਆ, ਕੋਈ ਘਾਲ ਖਾ ਕੇ ਨਹੀਂ ਖਾਂਦਾ ਬਾਬੇ ਨਾਨਕ ਦੇ ਹੁਕਮ ਦੇ, ਕੋਈ ਚੀਜ਼, ਸਾਰਾ ਟੋਲਾ ਅਸੀਂ ਇੱਜ਼ਤ ਕਰਦੇ ਹਾਂ। ਪਰ ਸਾਡੇ ਸਾਧ ਨਹੀਂ ਹੈ, ਹਿੰਦੂ ਸਾਧ ਨੇ। ਸਾਧ ਸੰਗੇ ਹਰ ਕੀਰਤਨ ਗਾਇਆ, ਇਹ ਸਾਧਾਂ ਦਾ ਸੰਗ ਨਹੀਂ ਹੈ। ਸਾਧ ਸੰਗੇ ਹਰ ਕੀਰਤਨ ਗਾਇਆ। ਆ ਸਾਧ ਸੰਗ ਪਿਛਲੇ ਅਸੀਂ ਖੋਲਿਆ, ਤੇਰਾ ਭਰੋਸਾ ਪਿਆਰੇ ਆਨਾ ਜਾਨਾ। ਮੈਨੂੰ ਤੇਰਾ ਭਰੋਸਾ, ਗੁਰੂ ਅਰਜਨ ਪਾਤਸ਼ਾਹ ਦਾ ਸ਼ਬਦ ਪਿੱਛੇ ਲਿਆ ਸੀ, ਉਹਦੀਆਂ ਤੋੜੇ ਦੀਆਂ ਤੁਕਾਂ ਗਾ ਰਹੇ ਹਾਂ। ਇਹ ਤੇਰਾ ਭਰੋਸਾ ਪਿਆਰੇ ਆਨਾ ਜਾਨਾ। ਆ ਦੇਖੋ ਗੁਰੂ ਅਰਜਨ ਪਾਤਸ਼ਾਹ ਦੀ ਲਾਈਫ, ਆਪਣੀ ਆਟੋਬਾਇਓਗ੍ਰਾਫੀ ਦੇ ਰਿਹਾ, ਤਜਰਬਾ ਦੱਸ ਰਿਹਾ ਵੀ ਮੈਂ ਕੀ ਕੀਤਾ। ਇਹ ਸਗਲੇ ਕਰ ਧਰਮ ਜੁਗ ਸੋ, ਕਲ ਯੁਗ ਦੇ ਨਹੀਂ, ਜਦੋਂ ਦੀ ਦੁਨੀਆ ਬਣੀ ਹੈ। ਸਗਲੇ ਕਰਮ ਧਰਮ ਜੁਗ ਸੋ ਦੇ, ਬਿਨ ਨਾਵੈ ਇਹ ਮਨ ਨਾ ਪਰਵੋ ਹੈ। ਬਿਨ ਨਾਵੈ ਇਹ ਮਨ ਨਾ ਪਰਵੋ ਹੈ। ਕਹੋ ਨਾਨਕ ਜੋ ਸਾਧ ਸੰਗ ਪਾਇਆ, ਅੰਦਰ ਦਾ ਸਾਧ ਸੰਗ। ਕਹੋ ਨਾਨਕ ਜੋ ਸਾਧ ਸੰਗ ਪਾਇਆ, ਬੂਝੀ ਤ੍ਰਿਸ਼ਨਾ ਮਹਾ ਸੀਤਲਾਇਆ। हे ਬੂਝੀ ਤ੍ਰਿਸ਼ਨਾ ਮਹਾ ਸੀਤਲਾਇਆ, ਆਨ ਨਾ ਜਾਨਾ ਵੈਸਾ। ਗੁਰੂ ਅਰਜਨ ਪਾਤਸ਼ਾਹ ਕਹਿੰਦੇ ਮੈਨੂੰ ਕਿਸੇ ਹੋਰ ਤਰੀਕੇ ਦਾ ਨਹੀਂ ਪਤਾ। ਆਨ ਨਾ ਜਾਨਾ ਵੈਸਾ, ਆਨ ਨਾ ਜਾਨਾ ਵੈਸਾ। ਭਰੋਸਾ ਕਾਹਦਾ? ਨਾਮ ਜਪਣ ਦਾ। ਸਾਰਾ ਪਿੱਛੇ ਸ਼ਬਦ ਲੈ ਚੁੱਕੇ ਹੋ, ਮੋਹਿ ਦੀਨ ਹਰ ਹਰ ਮੋਹਿ ਦੀਨ। ਮੈਂ ਗਰੀਬ ਹੋ ਕੇ ਨਾਮ ਜਪਿਆ, ਰਿਪੀਟ ਕਰ ਕਰਕੇ ਮੈਨੂੰ ਉਹਦਾ ਆਸਰਾ। ਕਹੋ ਨਾਨਕ ਜੋ ਸਾਧ ਸੰਗ ਪਾਇਆ, ਹੈ ਬੂਝੀ ਤ੍ਰਿਸ਼ਨਾ ਮਨ ਸੀਤਲਾਇਆ। ਬੂਝੀ ਤ੍ਰਿਸ਼ਨਾ ਮਨ ਸੀਤਲਾਇਆ, ਤਿਖ ਬੁਝ ਗਈ, ਤਿਖ ਬੁਝ ਗਈ, ਬੁਝ ਗਈ, ਬੁਝ ਗਈ। ਮਿਲੇ ਸਾਧ ਜਨਾ, ਮਿਲੇ ਸਾਧ ਜਨਾ। ਬਾਹਰਲੇ ਨਹੀਂ, ਅੰਦਰਲੇ ਐ। ਆਪਣੀ ਤੀਜੀ ਲਾਮ ਦੀ ਅਵਸਥਾ, ਹਰ ਸੰਤ ਜਨਾ ਹਰ ਮੇਲ ਹਰ ਪਾਇਆ। ਵਡਭਾਗੀ ਆ ਬਰਾਮ ਜੀਓ, ਅੰਦਰ ਉਹ ਵਿਅਕਤੀਆਂ ਬੈਠੀਆਂ ਵੈ। ਤਿਖ ਬੁਝ ਗਈ, ਆ ਬਾਹਰਲਿਆਂ ਦੀ ਤੇ ਆਪਣੀ ਨਹੀਂ ਤਿਖ ਬੁਝੀ, ਤੁਹਾਡੀ ਕਿੱਦਾਂ ਬੁਝਾ ਦੇਣਗੇ। ਤਿਖ ਬੁਝ ਗਈ, ਵਹ ਤਿਖ ਬੁਝ ਗਈ, ਬੁਝ ਗਈ, ਬੁਝ ਗਈ। ਮਿਲੇ ਸਾਧ ਜਨਾ, ਮਿਲੇ ਸਾਧ ਜਨਾ। ਪੰਚੇ ਭਾਗੇ ਚੋਰ, ਕਾਮ ਕ੍ਰੋਧ ਭਾਜੋ ਉਹਨਾਂ ਦੇ ਤੇ ਆਪਣੇ ਨਹੀਂ ਵਸ। ਪੰਚੇ ਭਾਗੇ ਚੋਰ, ਸਹਿਜ ਸੁਖੈਨੋ। ਪੰਚੇ ਭਾਗੇ ਚੋਰ, ਸਹਿਜ ਸੁਖੈਨ। ਤ੍ਰਿਖ ਬੁਝ ਗਈ, ਤ੍ਰਿਖ ਬੁਝ ਗਈ, ਬੁਝ ਗਈ, ਬੁਝ ਗਈ। ਮੇਲੇ
ਸਾਧ ਮਿਲੇ ਸਾਧ ਕਹੋ ਨਾਨਕ ਜੋ ਸਾਧ ਸੰਗ ਪਾਇਆ, ਕਹੋ ਨਾਨਕ ਜੋ ਸਾਧ ਸੰਗ ਪਾਇਆ। ਅੰਦਰਲਾ ਬੂਝੀ ਤ੍ਰਿਸ਼ਨਾ ਮਹਾ ਸੀਤਲਾ। ਕੌਣ ਕਹਿ ਰਿਹਾ ਲਖਾਰੀ ਹੈ ਜੇਠ ਹੜ ਦੀਆਂ ਧੁੱਪਾਂ ਜਿਹ ਹਰਨਾਂ ਦੀਆਂ ਪਿੱਠਾਂ ਕਾਲੀਆਂ ਹੋ ਜਾਂਦੀਆਂ, ਥੱਲੇ ਤੱਤੀ ਤਵੀ ਉੱਤੇ ਤੱਤੀ ਰੇਤਾ ਪੈ ਰਹੀ ਹੈ ਔਰ ਮਾਰੇ ਕਹਿ ਰਿਹਾ ਇਹ ਬੂਝੀ ਤ੍ਰਿਸ਼ਨਾ ਮਹਾ ਸੀਤਲਾ। हे बूझी तृष्णा शीतला